ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦੇ ਬਚਨ ਅਨੁਸਾਰ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਉਪਦੇਸ਼ ਹੈ ਉੱਥੇ ਆਪਾਂ ਨੂੰ। ਸਾਧ ਸੰਗਤ ਬੈਕੁੰਠੈ ਆਏ। ਕੱਲਿਆਂ ਨਾਮ ਜਪਣ ਦਾ ਵੀ ਲਾਭ ਹੈ, ਪਰ ਸਾਧ ਸੰਗਤ ਦੇ ਵਿੱਚ ਮਿਲ ਕੇ ਨਾਮ ਜਪਣ ਦਾ ਅਤਿਅੰਤ ਹੀ ਵੱਡਾ ਲਾਭ ਹੈ। ਕੁਛ ਤਾਂ ਸਾਰਿਆਂ ਦੇ ਮਨ ਦੇ ਵਿੱਚ ਹੁੰਦਾ ਹੀ ਹੈ ਕਿ ਮੈਨੂੰ ਲਾਭ ਹੋਵੇ, ਕਿਉਂਕਿ ਮਨੁੱਖ ਆਪਣੀਆਂ ਲੋੜਾਂ ਤੱਕ ਹੀ ਸੀਮਿਤ ਹੈ। ਭਾਵੇਂ ਉਹਦੀ ਲੋੜ ਕੋਈ ਵੀ ਹੋਵੇ, ਭਾਵੇਂ ਪ੍ਰਭੂ ਪ੍ਰੇਮ ਦੀ ਹੈ, ਇਸਤਰੀ ਪ੍ਰੇਮ ਦੀ ਹੈ, ਪੁਰਸ਼ ਪ੍ਰੇਮ ਦੀ ਹੈ, ਉਹ ਆਪਣੀ ਇੱਕ ਲੋੜ ਪੂਰੀ ਕਰਦਾ ਹੈ। ਉਹਦੇ ਵਿੱਚੋਂ ਸਾਡੇ ਮਨ ਦੇ ਵਿੱਚ ਜੋ ਵੀ ਭਾਵਨਾਵਾਂ ਬਣੀਆਂ ਹੋਈਆਂ ਨੇ, ਸਾਡਾ ਪਾਰ ਉਤਾਰਾ ਹੋ ਜਾਏ, ਜਨਮ ਮਰਨ ਦਾ ਚੱਕਰ ਕੱਟਿਆ ਜਾਵੇ, ਜਾਂ ਇਸ ਸੰਸਾਰ ਦੀਆਂ ਲੋੜਾਂ ਪੂਰੀਆਂ ਹੋ ਜਾਣ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਆਪਾਂ ਐਸੇ ਧਾਰਮਿਕ ਕਾਰਜ ਕਰਦੇ ਹਾਂ। ਸੋ ਇਸ ਕਰਕੇ ਪਿਆਰਿਓ, ਪ੍ਰਤੀਤ ਤੋਂ ਬਿਨਾਂ ਨਹੀਂ ਗੱਲ ਬਣਦੀ। ਵਿਸ਼ਵਾਸ, ਭਰੋਸਾ ਆਪਣੇ ਗੁਰੂ ਤੇ, ਉਹ ਕਰਨਾ ਅਤਿਅੰਤ ਅਵਸ਼ਕ ਹੈ। ਇਸ ਕਰਕੇ ਆਪਣੇ ਸਤਿਗੁਰੂ ਤੇ ਪ੍ਰੀਤ ਰੱਖ ਕੇ ਇੱਕ ਚਿੱਤ ਹੋ ਕੇ ਜੇ ਆਪਾਂ ਨਾਮ ਜਪਦੇ ਹਾਂ, ਸਤਿਗੁਰੂ ਨੂੰ ਧਿਆਉਂਦੇ ਹਾਂ, ਸਤਿਗੁਰੂ ਦਾ ਬਚਨ ਮੰਨਦੇ ਹਾਂ, ਕੀਰਤਨ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਭ ਹੁੰਦਾ ਹੀ ਹੁੰਦਾ। ਸੱਚੇ ਪਾਤਸ਼ਾਹ ਦਾ ਬਚਨ ਹੈ, ਕਾਲ ਕੀਰਤਨ ਨਾਮ ਆਧਾਰ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਸੁਖ ਰਾਜੇ ਹਰੀ ਚੰਦ ਘਰ ਨਾਰ, ਸੋ ਤਾਰਾਂ ਲੋਚਨ ਰਾਣੀ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰ ਬਾਣੀ। ਗੁਰੂ ਦੀ ਬਾਣੀ ਜਿਹੜੀ ਉਦੋਂ ਵੀ ਸੀ ਸਤਯੁਗ ਦੇ ਜ਼ਮਾਨੇ ਵਿੱਚ, ਉਸ ਗੁਰੂ ਦੀ ਬਾਣੀ ਸਾਧ ਸੰਗਤ ਉੱਥੇ ਮਿਲ ਕੇ ਗਾਉਂਦੀ ਸੀ। ਇਹ ਰਾਜੇ ਦੀ ਰਾਣੀ ਰਾਤ ਨੂੰ ਰਾਜੇ ਤੋਂ ਚੋਰੀ ਉੱਠ ਕੇ ਉਹ ਕੀਰਤਨ ਜਾ ਕੇ ਸੁਣਦੀ ਸੀ। ਇੱਕ ਦਿਨ ਰਾਜੇ ਨੂੰ ਜਾਗ ਆ ਗਈ। ਰਾਜੇ ਨੂੰ ਸ਼ੱਕ ਪੈ ਗਿਆ ਕਿ ਮੇਰੇ ਘਰ ਵਾਲੀ ਕਿੱਥੇ ਗਈ ਹੈ। ਉਹਨੇ ਜਾ ਕੇ ਪਿੱਛਾ ਕੀਤਾ, ਜਾ ਕੇ ਵੇਖਿਆ ਵੀ ਇਹ ਤੇ ਪਾਟੇ ਕੱਪੜਿਆਂ ਵਾਲੇ ਫਕੀਰਾਂ ਫਕੂਰਾਂ ਜਿਹਾਂ ਦੇ ਵਿੱਚ, ਸੰਤਾਂ ਸਾਧਾਂ ਦੇ ਵਿੱਚ, ਉਹਨਾਂ ਦੀ ਮੰਡਲੀ 'ਚ ਬੈਠੀ ਕੀਰਤਨ ਕਰਦੀ ਸੁਣਦੀ ਪਈ ਹੈ। ਉਹਨੇ ਆਖਿਆ ਇਹਨੇ ਮੰਨਣਾ ਨਹੀਂ ਸਵੇਰ ਨੂੰ। ਉਹਨੇ ਉੱਥੋਂ ਉਹਦੀ ਇੱਕ ਖੜਾਂ ਚੁੱਕ ਲਿਆਂਦੀ। ਜਦੋਂ ਰਾਣੀ ਵਾਪਸ ਜਾਣ ਲੱਗੀ ਤੇ ਉਹਨੇ ਵੇਖਿਆ ਮੇਰੀ ਖੜਾਮ ਹੈ ਨਹੀਂ। ਉਹਨੂੰ ਡਰ ਪੈ ਗਿਆ ਕਿ ਰਾਜੇ ਨੇ ਤੇ ਮੈਨੂੰ ਕਤਲ ਕਰ ਦੇਣਾ। ਉਹਨੇ ਸਾਧ ਸੰਗਤ ਨੂੰ ਦੱਸਿਆ। ਸਾਧ ਸੰਗਤ ਨੇ ਬੇਨਤੀ ਕੀਤੀ, ਉਸੇ ਵੇਲੇ ਹੀ ਖੜਾਂ ਨਵੀਂ ਜੁੜ ਗਈ। ਸੋ ਸੰਖੇਪ ਦੇ ਵਿੱਚ ਕਥਾ ਇੰਨੀ ਹੈ, ਸਾਧ ਸੰਗਤ ਅਰਾਧਿਆ, ਜੋੜੀ ਜੁੜੀ ਖੜਾਂ ਪੁਰਾਣੀ। ਫਿਰ ਰਾਜੇ ਡਿਠਾ ਚਲਿਤ ਇਹ। ਰਾਜੇ ਨੇ ਵੇਖਿਆ ਕਿ ਇਹ ਚਰਿੱਤਰ, ਇਹ ਕਰਾਮਾਤ ਕੀ ਹੈ, ਤੇ ਫਿਰ ਰਾਜਾ ਵੀ ਉਹਦੇ ਨਾਲ ਲੱਗ ਗਿਆ। ਰਾਜਾ ਵੀ ਸਤਸੰਗੀ ਬਣ ਗਿਆ। ਕਹਿਣ ਦਾ ਭਾਵ ਇਹ ਹੈ ਕਿ ਸਾਧ ਸੰਗਤ ਦੇ ਵਿੱਚ ਆ ਕੇ ਨਾਮ ਜਪਣ ਨਾਲ, ਕੀਰਤਨ ਕਰਨ ਨਾਲ, ਸੁਣਨ ਨਾਲ, ਸਾਧ ਸੰਗਤ ਦੀ ਸੇਵਾ ਕਰਨ ਨਾਲ ਲਾਭ ਹੁੰਦਾ ਹੀ ਹੁੰਦਾ। ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹੀ ਨੇ। ਇਹ ਸਾਡੇ ਤੇ ਨਿਰਭਰ ਹੈ ਕਿ ਸਾਡੀ ਪ੍ਰਤੀਤ ਸ਼ਰਧਾ ਕਿੰਨੀ, ਕਿ ਸਾਡਾ ਮਨ ਕਿੰਨਾ ਟਿਕਦਾ। ਗੁਰ ਕੀ ਮੂਰਤ ਮਨ ਮੈਂ ਬਸਾਏ, ਮਨ ਇੱਛੇ ਸਹੀ ਫਲ ਪਾਏ। ਜੇ ਤੁਸੀਂ ਸਤਿਗੁਰੂ ਦੇ ਸਰੂਪ ਨੂੰ, ਇੱਥੇ ਮੂਰਤ ਤੋਂ ਭਾਵ ਤਸਵੀਰ ਜਾਂ ਪੱਥਰ ਦੀ ਮੂਰਤੀ ਨਹੀਂ, ਸਤਿਗੁਰੂ ਦਾ ਸਰੂਪ ਜੇ ਤੁਸੀਂ ਆਪਣੇ ਅੰਦਰ ਵਸਾ ਕੇ ਇੱਕ ਚਿੱਤ ਹੋ ਕੇ ਆਪਾਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੁਣਦੇ ਹਾਂ, ਫਿਰ ਕੀ ਹੈ? ਗੁਰਬਾਣੀ ਸੱਚੇ ਪਾਤਸ਼ਾਹ ਲਿਖਿਆ, ਮਨ ਇੱਛੇ ਸਹੀ ਫਲ ਪਾਏ। ਜੋ ਮਨ ਦੀਆਂ ਇੱਛਾਵਾਂ ਹੋਣ, ਸੱਚੇ ਪਾਤਸ਼ਾਹ ਕਿਰਪਾ ਕਰਦੇ ਹੀ ਕਰਦੇ ਨੇ। ਇੱਕ ਥਾਂ ਤੇ ਹੋਰ ਸੱਚੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ, ਸੰਤ ਜਨਾ ਮਿਲ ਹਰਿ ਜਸ ਗਾਇਓ। ਹੁਣ ਇੱਥੇ ਸੰਤ ਜਨ ਸ਼ਬਦ ਹੈ। ਸੰਤ ਜਨ ਕੌਣ ਨੇ? ਜਿੰਨੇ ਵੀ ਗੁਰੂ ਨਾਨਕ ਪੰਥੀ ਨੇ, ਸਾਰੇ ਹੀ ਸੰਤ ਜਨ ਨੇ। ਭਾਵ ਸਾਧ ਸੰਗਤ ਨੇ ਮਿਲ ਕੇ ਪ੍ਰਭੂ ਦਾ ਜਸ ਗਾਇਆ। ਸੰਤ ਜਨ ਮਿਲ ਹਰਿ ਜਸ ਗਾਇਓ। ਫਿਰ ਕੀ ਹੋਇਆ? ਕੋਟ ਜਨਮ ਕੇ ਦੁੱਖ ਗਵਾਇਓ। ਕਰੋੜਾਂ ਜਨਮਾਂ ਦੇ ਪਾਪ ਧੋ ਗਏ, ਸਾਰੇ ਦੁੱਖ ਦਲਿੱਦਰ ਕੱਟੇ ਗਏ। ਸੱਚੇ ਪਾਤਸ਼ਾਹ ਦੀ ਰਸਨਾ ਦਾ ਬਚਨ ਹੈ, ਇਹ ਝੂਠ ਨਹੀਂ ਹੋ ਸਕਦਾ। ਗੱਲ ਤੇ ਇੰਨੀ ਹੈ ਕਿ ਅਸੀਂ ਕਿੰਨਾ ਪ੍ਰੇਮ 'ਚ ਭਿੱਜ ਕੇ ਕਰਦੇ ਹਾਂ। ਤੇ ਉਸ ਤੋਂ ਅਗਲੀ ਤੁਕ, ਜੋ ਚਾਹਤ ਸੋਈ ਫਲ ਪਾਇਓ। ਜੋ ਮਨ ਦੇ ਵਿੱਚ ਇੱਛਾ ਸੀ, ਉਹ ਹਰੇਕ ਫਲ ਹੀ ਉਹਨਾਂ ਗੁਰਸਿੱਖਾਂ ਨੂੰ ਪ੍ਰਾਪਤ ਹੋ ਗਿਆ। ਉਹ ਸਾਧ ਸੰਗਤ ਜੀ, ਇਸ ਕਰਕੇ ਆਪ ਜੀ ਵੀ ਇਹਨਾਂ ਸਾਖੀਆਂ ਤੇ ਵਿਸ਼ਵਾਸ ਕਰਕੇ ਸਤਿਗੁਰੂ ਜੀ ਦਾ ਧਿਆਨ ਧਰਦੇ ਹੋਏ
ਇੱਕ ਮਨ ਹੋ ਕੇ ਨਾਮ ਜਪੋ, ਬਾਣੀ ਪੜੋ, ਕੀਰਤਨ ਕਰੋ ਅਤੇ ਸੁਣੋ। ਇੱਕ ਦੋ ਤੁਕਾਂ ਬਾਣੀ ਦੀਆਂ ਰੋਜ਼ ਆਪ ਗਾ ਲਿਆ ਕਰੋ, ਪੜ ਲਿਆ ਕਰੋ। ਘੱਟੋ ਘੱਟ, ਵੱਧ ਜੋ ਕਰ ਸਕਦਾ ਬਹੁਤ ਚੰਗੀ ਗੱਲ ਹੈ। ਸਤਿਗੁਰੂ ਅਰਜਨ ਦੇਵ ਜੀ ਵਚਨ ਕਰਦੇ ਨੇ, ਰੱਖੇ ਰੱਖਣ ਹਾਰ ਆਪ ਉਬਾਰਿਆ। ਪ੍ਰਭੂ ਨੇ ਆਪ ਰੱਖਿਆ ਕੀਤੀ। ਕਿਵੇਂ? ਗੁਰ ਕੀ ਪੈਰੀ ਪਾਏ ਕਾਜ ਸਵਾਰਨ। ਗੁਰੂ ਦੇ ਚਰਨੀ ਲਾ ਕੇ, ਗੁਰੂ ਦੇ ਚਰਨੀ ਲੱਗਣਾ ਅਤਿਅੰਤ ਜ਼ਰੂਰੀ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਨ। ਗੁਰੂ ਦੇ ਚਰਨੀ ਲਾ ਕੇ ਕੰਮ ਸਵਾਰਿਆ ਕਿਹੜਾ? ਸਾਧ ਜਨਾਂ ਕੈ ਸੰਗ ਭਵਜਲ ਤਾਰਿਆ। ਸਾਧਾਂ ਸੰਤਾਂ ਨੂੰ ਮਿਲਾ ਕੇ ਮਨੁੱਖ ਨੂੰ ਭਵਜਲ ਤੋਂ ਪਾਰ ਉਤਾਰਾ ਕਰ ਦਿੱਤਾ। ਇਸ ਕਰਕੇ ਗੁਰੂ ਚਰਨੀ ਲੱਗਣਾ, ਸਾਧ ਸੰਗਤ ਕਰਨੀ ਅਤਿਅੰਤ ਜ਼ਰੂਰੀ ਹੈ, ਤਾਂ ਕਿ ਸਾਡਾ ਪਾਰ ਉਤਾਰਾ ਹੋ ਜਾਵੇ, ਸਾਡਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇ ਅਤੇ ਸਾਡੇ ਸਾਰੇ ਕਾਰਜ ਜਿਹੜੇ ਨੇ ਉਹ ਰਾਸ ਹੋ ਜਾਣ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਜੋ ਇੱਛੇ ਸੋ ਹੀ ਫਲ ਪਾਇਓ। ਜੋ ਵੀ ਮਨ ਵਿੱਚ ਇੱਛਾ ਸੀ ਉਹ ਹੀ ਫਲ ਪ੍ਰਾਪਤ ਹੋਇਆ। ਇਸ ਕਰਕੇ ਗੁਰੂ ਦੇ ਚਰਨੀ ਲੱਗਣਾ, ਸਾਧ ਸੰਗਤ ਕਰਨੀ, ਸਾਧਾਂ ਨਾਲ ਮਿਲ ਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਬੈਕੁੰਠੈ ਆ। ਇਹਨਾਂ ਚੀਜ਼ਾਂ ਦੀ ਗੁਰਬਾਣੀ ਅਨੁਸਾਰ ਬਹੁਤ ਵੱਡੀ ਮਹੱਤਤਾ। ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਿਆ ਕਰੋ, ਤਾਂ ਕਿ ਆਪ ਜੀ ਦੇ ਸਾਰੇ ਮਨੋਕਾਮਨਾਵਾਂ ਸਤਿਗੁਰੂ ਜੀ ਰਾਸ ਕਰਨ। ਸਾਧ ਸੰਗਤ ਵਿੱਚ ਬੜੇ ਕਾਰਨਾਂ ਕਰਕੇ ਆਇਆ ਜਾਂਦਾ। ਕੋਈ ਤਾਂ ਵਧੀਆ ਪ੍ਰਸ਼ਾਦ ਲੈਣ ਆਉਂਦਾ, ਕਈ ਮੌਜ ਮੇਲਾ ਕਰਨ ਆਉਂਦੇ ਨੇ, ਕਈ ਕੀਰਤਨ ਸੁਣਨ ਆਉਂਦੇ ਨੇ, ਕਈ ਨਾਮ ਜਪਣ ਆਉਂਦੇ ਨੇ, ਕਈ ਆਪਣੀ ਮਨੋਕਾਮਨਾ ਪੂਰੀ ਕਰਨ ਵਾਸਤੇ ਆਉਂਦੇ ਨੇ। ਇਸ ਤਰ੍ਹਾਂ ਕਰਕੇ ਵੱਖੋ ਵੱਖਰੇ ਕਾਰਨ, ਵੱਖੋ ਵੱਖਰੀਆਂ ਮਨੋਭਾਵਨਾਵਾਂ ਅਸੀਂ ਆਪਣੇ ਮਨ 'ਚ ਰੱਖ ਕੇ ਆਉਂਦੇ ਹਾਂ, ਪਰੰਤੂ ਸਾਡੀ ਭਾਵਨਾ ਉਸ ਨੂੰ ਫਲ ਲੱਗਣਾ ਹੈ ਜਿਸ ਭਾਵਨਾ ਦੇ ਅਨੁਸਾਰ ਸਾਡੀ ਬਿਰਤੀ ਟਿਕੀ ਹੋਵੇਗੀ। ਜੇ ਕੋਈ ਵਧੀਆ ਜੋੜਾ ਚੁੱਕਣ ਆਇਆ, ਉਹਦੀ ਬਿਰਤੀ ਉੱਥੇ ਟਿਕੀ ਹੋਣੀ, ਉਹਨੇ ਉਹ ਵੀ ਲੱਭ ਲੈਣਾ। ਕੋਈ ਸੱਜਣ ਮੰਦਰ ਵਿੱਚ ਗਿਆ, ਜਿਸ ਤਰ੍ਹਾਂ ਪਿੰਡਾਂ ਵਿੱਚ ਛੋਟੇ ਛੋਟੇ ਮੰਦਰ ਹੁੰਦੇ ਨੇ, ਉੱਥੇ ਗਿਆ ਕੋਈ ਸੱਜਣ, ਉਹ ਥੋੜਾ ਜਿਹਾ ਪਿੱਛੇ ਦੂਰ ਹੋ ਕੇ ਬੈਠਾ, ਦਰਵਾਜ਼ੇ ਦੇ ਕੋਲ ਹੀ ਬੈਠਾ ਰਿਹਾ, ਗਾਂਹ ਨਾ ਗਿਆ। ਉੱਥੇ ਬੈਠ ਕੇ ਹੀ ਮੱਥਾ ਟੇਕ ਲਿਆ ਤੇ ਵਾਰ-ਵਾਰ ਪਿੱਛੇ ਨੂੰ ਵੇਖੇ। ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੀ ਵੇਖਦਾ? ਆਂਦਾ ਮੈਂ ਆਪਣੇ ਜੋੜੇ ਦਾ ਧਿਆਨ ਰੱਖਦਾ। ਉਹ ਆਂਦਾ ਤੂੰ ਇੱਥੇ ਭਗਵਾਨ ਦੇ ਦਰਸ਼ਨ ਕਰਨ ਆਇਆ ਕਿ ਤੂੰ ਜੋੜੇ ਦਾ ਧਿਆਨ ਰੱਖਣਾ ਹੈ? ਉਹ ਆਂਦਾ ਵੇਖ, ਭਗਵਾਨ ਨੇ ਤੇ ਕੱਲ ਨੂੰ ਇੱਥੇ ਹੀ ਰਹਿਣਾ, ਕਿਉਂਕਿ ਮੰਦਿਰ ਵਿੱਚ ਮੂਰਤੀ ਸੀ ਨਾ, ਅਸਲੀ ਭਗਵਾਨ ਥੋੜਾ ਆਇਆ ਸੀ। ਉਹਦਾ ਭਗਵਾਨ ਤੇ ਕੱਲ ਨੂੰ ਵੀ ਇੱਥੇ ਹੋਏਗਾ, ਪਰਸੋਂ ਨੂੰ ਵੀ ਇੱਥੇ ਹੋਏਗਾ, ਤੇ ਜੁੱਤੀ ਤੇ ਨਹੀਂ ਨਾ ਮੇਰੀ ਲੱਭਣੀ ਮੁੜ ਕੇ। ਇਸ ਕਰਕੇ ਅਸੀਂ ਕਿਸ ਭਾਵਨਾ ਨਾਲ ਆਉਨੇ ਆ, ਬਿਰਤੀ ਸਾਡੀ ਕਿਸ ਚੀਜ਼ ਵਿੱਚ ਟਿਕਦੀ ਹੈ, ਜਿਸ ਭਾਵਨਾ ਕਰਕੇ ਆਉਨੇ ਆ, ਜਿਸ ਚੀਜ਼ ਵਿੱਚ ਬਿਰਤੀ ਟਿਕੇਗੀ ਉਹਦੇ ਵਾਸਤੇ ਹੀ ਉਸੇ ਚੀਜ਼ ਦੀ ਸਾਨੂੰ ਪ੍ਰਾਪਤੀ ਹੋਏਗੀ। ਉਹ ਕਿੰਨੀ ਪ੍ਰਾਪਤੀ ਹੁੰਦੀ ਹੈ, ਉਹ ਤਾਂ ਸਾਡੇ ਬਿਰਤੀ ਟਿਕਣ ਤੇ, ਸਾਡੇ ਅਭਿਆਸ ਤੇ, ਸਾਡੀ ਮਿਹਨਤ ਤੇ, ਕਈ ਕਾਰਨਾਂ ਤੇ ਨਿਰਭਰ ਹੁੰਦੀ ਹੈ। ਔਰ ਸਾਰਾ ਕੁਝ ਕਰਕੇ ਫਿਰ ਜਿਹਨੇ ਸਾਡੀ ਮਨੋਕਾਮਨਾ ਪੂਰੀ ਕਰਨੀ ਹੈ, ਫਿਰ ਅੱਗੋਂ ਉਹਦੀ ਵੀ ਮਰਜ਼ੀ ਤੇ ਆ ਜਾਂਦੀ ਹੈ ਗੱਲ। ਨਿਰਾ ਭਰਾ ਸਾਡੀ ਮਿਹਨਤ, ਸਾਡੀ ਭਾਵਨਾ ਤੇ ਹੀ ਨਹੀਂ, ਅੱਗੋਂ ਉਹਦੀ ਵੀ ਮਰਜ਼ੀ ਹੈ। ਉਹਦੀ ਖੁਸ਼ੀ ਹੋਵੇ ਤੇ ਤਾਂ ਹੀ ਹੈ ਨਾ ਵੀ ਹਾਂ ਬਈ ਦਿੱਤਾ ਤੁਹਾਨੂੰ। ਸੋ ਇਸ ਕਰਕੇ ਪਿਆਰਿਓ, ਆਪਾਂ ਸ਼ੁਭ ਇੱਛਾਵਾਂ ਲੈ ਕੇ ਆਈਏ, ਬਿਰਤੀ ਉਹਨਾਂ ਦੇ ਅਨੁਸਾਰ ਟਿਕਾਈਏ ਆਪਣੇ ਸਤਿਗੁਰੂ ਦੇ ਸਰੂਪ ਵਿੱਚ। ਸਤਿਗੁਰ ਕੀ ਮੂਰਤ ਹਿਰਦੇ ਵਸਾਏ, ਮਨ ਇੱਛੇ ਸਹੀ ਫਲ ਪਾਏ। ਸਤਿਗੁਰੂ ਦੀ ਮੂਰਤੀ, ਸਤਿਗੁਰੂ ਦਾ ਸਰੂਪ, ਮੂਰਤੀ ਤੋਂ ਭਾਵ ਸਤਿਗੁਰੂ ਦਾ ਸਰੂਪ, ਜੇ ਬਿਨਾਂ ਸਾਹਮਣੇ ਤਸਵੀਰ ਰੱਖੀ ਤੋਂ ਵੀ ਸਾਡੇ ਅੰਦਰ ਵਸੇ। ਦਿਲ ਕੇ ਆਈਨੇ ਮੇਂ ਹੈ ਤਸਵੀਰੇ ਯਾਰ, ਜਰਾ ਗਰਦਨ ਝੁਕਾਈ ਤੋਂ ਦੇਖ ਲਈ। ਜਿਵੇਂ ਸ਼ਾਇਰ ਨੇ ਲਿਖਿਆ ਨਾ ਵੀ ਜਰਾ ਕਿ ਮੈਂ ਸਿਰ ਨੀਵਾਂ ਕੀਤਾ ਤੇ ਮੈਨੂੰ ਆਪਣੇ ਅੰਦਰ ਹੀ ਮੇਰਾ ਪ੍ਰੀਤਮ ਦਿਸ ਪਿਆ। ਜੇ ਅਸੀਂ ਆਪਣੇ ਸਤਿਗੁਰੂ ਨੂੰ ਆਪਣਾ ਪ੍ਰੀਤਮ ਮਹਿਬੂਬ ਬਣਾ ਕੇ ਪਿਆਰ ਕਰਾਂਗੇ, ਫਿਰ ਉਹਦੇ ਤੇ ਅਭਿਆਸ ਕਰਾਂਗੇ। ਉਸ ਚੀਜ਼ ਦਾ ਅਭਿਆਸ ਕਰਦੇ ਕਰਦੇ ਜਦੋਂ ਉਹਦਾ ਸਰੂਪ ਸਾਡੇ ਅੰਦਰ ਵਸੇਗਾ, ਫਿਰ ਉਹੀ ਅਵਸਥਾ ਹੋ ਜਾਏਗੀ ਕਿ ਜਰਾ ਗਰਦਨ ਝੁਕਾਈ ਤੋਂ ਦੇਖ ਲਈ। ਜਿਵੇਂ ਹੀਰ ਦਾ ਰਾਂਝੇ ਨਾਲ ਪਿਆਰ ਸੀ, ਭਾਵੇਂ ਉਹ ਇਸ਼ਕ ਮਜਾਜੀ ਸੀ,
ਪਰ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ 101 ਚਰਿੱਤਰ ਹੈ ਸ਼ਾਇਦ, ਉੱਥੇ ਲਿਖਿਆ ਹੋਇਆ ਉਠਤ ਬੈਠਤ ਸੋਵਤ ਜਾਗਤ ਰਾਂਝਨ ਮੋਹਿ ਚੈਨ ਨਾ ਦੇਹੀ। ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਮੈਨੂੰ ਆਰਾਮ ਨਹੀਂ ਕਰਨ ਦਿੰਦਾ ਰਾਂਝਾ। ਜੋ ਹਟ ਬੈਠ ਰਹੋ ਗ੍ਰਹਿ ਮੈਂ ਵੀ ਅਪੈਠ ਰਹਿ ਹੀ ਮੈਂ ਪਹਿਲੇ ਹੀ। ਜੇ ਮੈਂ ਘਰੇ ਬੈਠੀ ਰਵਾਂ ਤਾਂ ਉਹ ਮੇਰੇ ਹਿਰਦੇ 'ਚ ਪਹਿਲੋਂ ਹੀ ਹੁੰਦਾ। ਭਾਵ ਇਹ ਹੈਗਾ ਕਿ ਜਦੋਂ ਇਹ ਅਵਸਥਾ ਹੋ ਜਾਂਦੀ ਏ ਅਭਿਆਸ ਕਰ ਕਰਕੇ, ਜੇ ਸੰਸਾਰਿਕ ਪ੍ਰੇਮ 'ਚ ਹੋ ਸਕਦੀ ਹੈ ਤਾਂ ਗੁਰੂ ਪ੍ਰੇਮ 'ਚ ਕਿਉਂ ਨਹੀਂ ਹੋ ਸਕਦੀ। ਅਸੀਂ ਪ੍ਰੇਮ ਕਰਕੇ ਅਭਿਆਸ ਤਾਂ ਕਰੀਏ ਨਾ, ਫਿਰ ਪਤਾ ਲੱਗਦਾ। ਜਦੋਂ ਇਹ ਅਵਸਥਾ ਹੋ ਜਾਂਦੀ ਹੈ ਫਿਰ ਇਹ ਹੈ ਕਿ ਗੁਰੂ ਮੇਰੇ ਸੰਗ ਸਦਾ ਹੀ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਤਿਗੁਰੂ ਤਾਂ ਮੇਰੇ ਨਾਲ ਹੀ ਹੈਗਾ। ਸੋ ਆਪ ਜੀ ਬਿਰਤੀ ਟਿਕਾਉਣ ਦੀ ਕੋਸ਼ਿਸ਼ ਕਰੋ, ਬਿਰਤੀ ਟਿਕਾ ਕੇ ਸਤਿਗੁਰੂ ਦਾ ਸਰੂਪ ਆਪਣੇ ਅੰਦਰ ਵਸਾਓ, ਸਤਿਗੁਰੂ ਨਾਲ ਪ੍ਰੇਮ ਕਰੋ। ਪ੍ਰੇਮ ਨਾਲ ਜਦੋਂ ਅੰਦਰ ਵਸੇਗਾ ਨਾ ਫਿਰ ਉਹ ਨਿਕਲਦਾ ਨਹੀਂ ਗਾ ਅੰਦਰੋਂ। ਇਸ ਕਰਕੇ ਆਪਣੀ ਬਿਰਤੀ ਨੂੰ ਟਿਕਾਓ, ਆਪਣੇ ਸਤਿਗੁਰੂ ਨਾਲ ਪ੍ਰੇਮ ਕਰੋ ਤੇ ਪ੍ਰੇਮ ਕਰਕੇ ਉਹਦਾ ਸਰੂਪ ਅੰਦਰ ਵਸਾਓ। ਸਤਿਗੁਰ ਕੀ ਮੂਰਤ ਹਿਰਦੇ ਵਸਾਏ, ਜਦੋਂ ਅੰਦਰ ਵਸ ਜਾਏਗੀ ਫਿਰ ਜੋ ਇੱਛੇ ਸੋਈ ਫਲ ਪਾਏ। ਜੋ ਮਨੋਕਾਮਨਾ ਹੋਏਗੀ ਸਾਰੀਆਂ ਹੀ ਸਤਿਗੁਰੂ ਜੀ ਪੂਰੀਆਂ ਕਰਨਗੇ। ਹੁਣ ਸਾਰੇ ਹੀ ਆਖੋ ਧੰਨ ਸਤਿਗੁਰੂ ਰਾਮਦਾਸ ਜੀ। ਸੱਚ ਬੋਲੋ, ਸੱਚ ਸੁਣੋ, ਸੱਚ ਨੂੰ ਪ੍ਰਵਾਨ ਕਰੋ। ਇਹ ਸਾਰੇ ਹੀ ਕਹਿੰਦੇ ਨੇ, ਬੜੀ ਸ਼ੁਭ ਸਿੱਖਿਆ। ਤੇ ਉਹਦੇ ਵਿੱਚ ਆਪਾਂ ਜੀਵਨ ਦੀਆਂ ਸੱਚਾਈਆਂ ਨੂੰ ਵੀ ਤਾਂ ਪ੍ਰਵਾਨ ਕਰੀਏ। ਜੀਵਨ ਦੀ ਸੱਚਾਈ ਇਹ ਹੈ ਕਿ ਸਿਰਫ ਤੇ ਸਿਰਫ ਸ਼ੁਭ ਕਰਮਾਂ ਦੇ ਨਾਲ ਜੀਵਨ ਜਿਉਇਆ ਨਹੀਂ ਜਾ ਸਕਦਾ, ਪ੍ਰਫੁੱਲਿਤ ਨਹੀਂ ਹੋਇਆ ਜਾ ਸਕਦਾ। ਕੁਝ ਹੱਦ ਤੱਕ ਉਹ ਕੰਮ ਕਰਨੇ ਪੈਂਦੇ ਹਨ ਜਿਨ੍ਹਾਂ ਨੂੰ ਆਪਾਂ ਮਾੜੇ ਕਹਿੰਦੇ ਹਾਂ ਜਾਂ ਪਾਪ ਕਹਿੰਦੇ ਹਾਂ। ਆਪਾਂ ਇਸ ਜੀਵਨ ਦੀ ਸੱਚਾਈ ਨੂੰ ਆਪਾਂ ਨੂੰ ਪ੍ਰਵਾਨ ਕਰਨ ਦੀ ਲੋੜ ਹੈ। ਮਾੜੇ ਕਰਮ ਕਰਦੇ ਸਾਰੇ ਹੀ ਨੇ, ਫਰਕ ਸਿਰਫ ਇੰਨਾ ਕੀ ਹੈ ਕਿ ਮੈਂ ਕਹਿੰਦਾ ਕਿ ਹਾਂ ਮਾੜੇ ਕਰਮ ਕਰਦਾ ਅਤੇ ਕਰਨੇ ਪੈਂਦੇ ਨੇ, ਮਜਬੂਰੀ ਹੈ। ਕਰਦੇ ਦੂਜੇ ਵੀ ਨੇ ਪਰ ਉਹ ਮੰਨਦੇ ਨਹੀਂ। ਮੈਂ ਭਾਵੇਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਮਾੜੇ ਕਰਮ ਸਾਨੂੰ ਨਹੀਂ ਕਰਨੇ ਚਾਹੀਦੇ, ਪਰ ਜੀਵਨ ਦੀ ਸੱਚਾਈ ਹੈ ਕਿ ਉਸ ਤੋਂ ਬਿਨਾਂ ਜੀਵਨ ਨਹੀਂ ਚੱਲਦਾ, ਉਸ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾਂਦਾ। ਕਿਸੇ ਨੂੰ ਮਾਰਨਾ, ਕਿਸੇ ਦਾ ਹੱਕ ਖਾਣਾ, ਇਹ ਸਭ ਮਾੜੀਆਂ ਗੱਲਾਂ ਨੇ, ਪਰ ਸਾਰੇ ਹੀ ਕਰਦੇ ਨੇ ਨਾ। ਕਿਉਂ ਕਰਦੇ ਨੇ? ਉਦੋਂ ਬਿਨਾਂ ਜੀਵਨ ਨਹੀਂ ਚੱਲਦਾ। ਇਹ ਸੱਚਾਈ ਹੈ ਤੇ ਇਹਨੂੰ, ਇਸ ਸੱਚਾਈ ਨੂੰ ਆਪਾਂ ਪ੍ਰਵਾਨ ਕਰੀਏ। ਹਰ ਵਕਤਾ ਭਾਵ ਬੁਲਾਰਾ, ਚਾਹੇ ਉਹ ਕਿਸੇ ਵੀ ਖੇਤਰ ਦਾ ਹੋਵੇ, ਧਾਰਮਿਕ, ਸਮਾਜਿਕ, ਵਿਦਿਅਕ, ਚਿਕਿਤਸਾ ਆਦਿ ਖੇਤਰ, ਉਸ ਦੀ ਇੱਛਾ ਹੁੰਦੀ ਹੈ ਕਿ ਹਰ ਮਨੁੱਖ ਮੇਰੇ ਵਕਤਵਯ ਨੂੰ ਧਿਆਨ ਨਾਲ ਸੁਣੇ, ਮੇਰੀ ਸ਼ੋਭਾ ਕਰੇ ਅਤੇ ਮੇਰੇ ਵਿਚਾਰਾਂ ਨਾਲ ਵੀ ਸਹਿਮਤ ਹੋ ਜਾਵੇ। ਪਰ ਇਹ ਸੰਭਵ ਨਹੀਂ, ਕਿਉਂਕਿ ਸਾਰੇ ਮਨੁੱਖ ਕਦੀ ਵੀ ਕਿਸੇ ਇੱਕ ਵਿਚਾਰ ਉੱਤੇ ਸਹਿਮਤ ਨਹੀਂ ਹੁੰਦੇ। ਕੁਝ ਮਨੁੱਖ ਤਾਂ ਵਕਤਵਯ ਨੂੰ ਪੂਰਾ ਧਿਆਨ ਨਾਲ ਸੁਣਦੇ ਨੇ, ਕੁਝ ਪੂਰਾ ਧਿਆਨ ਨਾਲ ਸੁਣਦੇ ਹੀ ਨਹੀਂ, ਤੇ ਕੁਝ ਮਨੁੱਖ ਵਕਤਵਯ ਨੂੰ ਪੂਰਾ ਧਿਆਨ ਨਾਲ ਇਸ ਕਰਕੇ ਸੁਣਦੇ ਹਨ ਕਿ ਬਾਅਦ ਵਿੱਚ ਮੈਂ ਇਸ ਦੀ ਗਲਤੀ ਲੱਭ ਕੇ ਕਿਸੇ ਤਰੀਕੇ ਇਸ ਦਾ ਵਿਰੋਧ ਕਰਾਂ। ਇਸ ਕਰਕੇ ਵਕਤਾ ਨੂੰ ਆਪਣੇ ਆਪ ਨੂੰ ਸਮਝਾ ਕੇ ਸੰਤੋਖ ਕਰ ਲੈਣਾ ਚਾਹੀਦਾ ਹੈ ਕਿ ਜਿੰਨੇ ਲੋਕਾਂ ਨੇ ਮੈਨੂੰ ਸੁਣ ਲਿਆ, ਜਿਨ੍ਹਾਂ ਨੇ ਸ਼ੋਭਾ ਕਰ ਦਿੱਤੀ ਅਤੇ ਜਿਤਨੇ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਗਏ, ਉਤਨਾ ਹੀ ਬਹੁਤ ਹੈ। ਇਹ ਸੋਚਣਾ ਕਿ ਸਾਰੇ ਮਨੁੱਖ ਮੇਰੀ ਗੱਲ ਸੁਣਨ, ਮੰਨਣ ਅਤੇ ਮੇਰੀ ਸ਼ੋਭਾ ਕਰਨ, ਇਹ ਇੱਛਾ ਵਕਤਾ ਦੀ ਪੂਰੀ ਹੋਣੀ ਅਸੰਭਵ ਹੈ। ਹਰ ਮਨੁੱਖ ਹਰ ਰੋਜ਼ ਕੁਝ ਕੰਮ ਨਿਰਾਰਥਕ ਭਾਵ ਤੱਤ ਰਹਿਤ ਕਰਦਾ ਹੈ। ਐਸੇ ਨਿਰਾਰਥਕ ਕੰਮ ਕਰਕੇ ਮਨੁੱਖ ਬਹੁਤ ਸੰਤੁਸ਼ਟ ਅਤੇ ਖੁਸ਼ ਹੁੰਦਾ। ਨਿਰਾਰਥਕ ਕੰਮਾਂ ਨੂੰ ਕਰਨ ਤੋਂ ਜੇ ਕੋਈ ਉਸ ਨੂੰ ਰੋਕਦਾ ਹੈ ਤਾਂ ਉਹ ਰੁਕਦਾ ਵੀ ਨਹੀਂ, ਸਗੋਂ ਰੋਕਣ ਵਾਲੇ ਉੱਤੇ ਨਾਰਾਜ਼ ਹੁੰਦਾ। ਇਸ ਲਈ ਨਿਰਾਰਥਕ ਕੰਮ ਕਰਨੇ ਜਾਂ ਹੋਣੇ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਹ ਮਨੁੱਖ ਦਾ ਸੁਭਾਅ ਹੈ ਜਿਸ ਨੂੰ ਪੂਰਨ ਰੂਪ ਵਿੱਚ ਹਟਾਇਆ ਨਹੀਂ ਜਾ ਸਕਦਾ, ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਲਈ ਨਿਰਾਰਥਕ ਕੰਮਾਂ ਨੂੰ ਮਨੁੱਖੀ ਜੀਵਨ ਦਾ ਅੰਗ ਮੰਨਦੇ ਹੋਏ ਇਸ ਮਨੁੱਖੀ ਸੁਭਾਅ ਨੂੰ ਪ੍ਰਵਾਨ ਕਰਕੇ ਮਨੁੱਖ ਨੂੰ ਆਪਣਾ ਅਤੇ ਬਾਕੀਆਂ ਦਾ ਜੀਵਨ ਉੱਚਾ ਅਤੇ ਸੁਖੀ ਕਰਨ ਦੇ ਤਰੀਕੇ ਲੱਭ ਲੈਣੇ ਚਾਹੀਦੇ।
ਸਤਿਕਾਰਯੋਗ ਸਿੱਖ ਵਿਦਵਾਨੋ, ਆਪ ਜੀ ਦੇ ਬਚਨ ਅਤੇ ਆਪ ਜੀ ਦੇ ਲੇਖ ਬੜੇ ਤੱਤਪੂਰਨ ਅਤੇ ਤਰਕਪੂਰਨ ਹੁੰਦੇ ਹਨ। ਪਰ ਉਹਨਾਂ ਤੱਤਪੂਰਨ ਅਤੇ ਤਰਕਪੂਰਨ ਲੇਖਾਂ ਨਾਲ ਸਿੱਖਾਂ ਦੀ ਸ਼ਰਧਾ ਘਟਦੀ ਹੈ ਤੇ ਸ਼ਰਧਾ ਤੋਂ ਬਿਨਾਂ ਸਿੱਖੀ ਨਹੀਂ ਰਹਿ ਜਾਂਦੀ। ਗੁਰਬਾਣੀ ਅਨੁਸਾਰ ਸਿੱਖੀ ਸ਼ਰਧਾ ਨਾਲ ਹੈ। ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 982 ਤੇ ਲਿਖਿਆ ਹੋਇਆ, ਸਿੱਖੀ ਤਰਕ ਨਾਲ ਨਹੀਂ, ਸਿੱਖੀ ਸ਼ਰਧਾ ਨਾਲ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਉਹ ਬਚਨ ਕਰੋ, ਉਹ ਲੇਖ ਲਿਖੋ ਜਿਸ ਨਾਲ ਸਿੱਖਾਂ ਦੀ ਆਪਣੇ ਗੁਰੂ ਪ੍ਰਤੀ ਸ਼ਰਧਾ ਵਧੇ ਅਤੇ ਜਿਹੜੀ ਸ਼ਰਧਾ ਹੈਗੀ ਉਹ ਸ਼ਰਧਾ ਦ੍ਰਿੜ ਹੋਵੇ। ਉਹ ਵੀ ਸਿੱਖ ਰਹਿਣ ਅਤੇ ਹੋਰ ਲੋਕ ਵੀ ਸਿੱਖ ਬਣਨ। ਸ਼ਰਧਾ ਘਟਾਉਣ ਵਾਲੇ ਵਿਚਾਰ ਪ੍ਰਸਤੁਤ ਕਰਨ ਨਾਲ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਆਪ ਜੀ ਦੀ ਵਿਦਵਤਾ ਸਿੱਖ ਪੰਥ ਨੂੰ ਵਧਾਉਣ ਵਾਸਤੇ ਅਤੇ ਸ਼ਰਧਾ ਦ੍ਰਿੜ ਕਰਨ ਵਾਸਤੇ ਲੱਗਣੀ ਚਾਹੀਦੀ ਹੈ, ਨਾ ਕਿ ਸ਼ਰਧਾ ਘਟਾਉਣ ਵਾਸਤੇ। ਗੱਲ ਓਨੀ ਹੀ ਹੁੰਦੀ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਵਿਦਵਾਨਾਂ ਵੱਲੋਂ ਪੇਸ਼ ਕੀਤਾ ਜਾ ਸਕਦਾ ਹੈ। ਆਪ ਜੀ ਵਿਦਵਾਨ ਹੋ, ਆਪਣੀ ਵਿਦਵਤਾ ਦਾ ਸਿੱਖ ਪੰਥ ਦੇ ਹਿੱਤ ਵਿੱਚ ਕਿਰਪਾ ਕਰਕੇ ਸਹੀ ਉਪਯੋਗ ਕਰੋ ਜੀ। ਸੱਚ ਝੂਠ ਦਾ ਚੱਕਰ ਭੁੱਲ ਜਾਓ। ਸੱਚ ਝੂਠ ਦਾ ਚੱਕਰ ਭੁੱਲ ਕੇ ਸ਼ਰਧਾ ਵਧਾਉਣ ਵਾਲੇ ਲੇਖ ਲਿਖੋ, ਸ਼ਰਧਾ ਵਧਾਉਣ ਵਾਲੇ ਬਚਨ ਕਰੋ ਜੀ। ਅਤੇ ਪੁਰਾਣੀਆਂ ਕਥਾਵਾਂ ਦਾ ਕਿਰਪਾ ਕਰਕੇ ਖੰਡਨ ਨਾ ਕਰੋ। ਆਪ ਵੀ ਐਸੀਆਂ ਕਥਾਵਾਂ, ਐਸੀਆਂ ਸਾਖੀਆਂ ਲਿਖੋ, ਉਚਾਰੋ ਜਿਹਦੇ ਨਾਲ ਸਤਿਗੁਰੂ ਜੀ ਉੱਤੇ ਸ਼ਰਧਾ ਬਣੇ, ਸ਼ਰਧਾ ਘਟੇ ਨਾ। ਮੇਰੀ ਬੇਨਤੀ ਸਿੱਖ ਵਿਦਵਾਨ ਵੀਰੋ, ਕਿਰਪਾ ਕਰਕੇ ਪ੍ਰਵਾਨ ਕਰੋ ਜੀ।